ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਲਬਰਟਾ ਲੈਜਿਸਲੇਚਰ ਦੇ ਵਿੱਚ ਜੀ ਅਲਬਰਟਾ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ। ਕਦੇ ਸਮਾਂ ਹੋਇਆ ਕਰਦਾ ਸੀਗਾ ਕਿ ਸਾਰਾ ਦੇਸ਼ ਅਲਬਰਟਾ ਦੇ ਬਜਟ ਵੱਲ ਧਿਆਨ ਰੱਖਦਾ ਹੁੰਦਾ ਸੀ ਵੀ ਇਹ ਕਿੰਨਾ ਸਰਪਲਸ ਵਿੱਚ ਜਾਵੇਗਾ। ਅਤੇ ਪਿਛਲੇ ਕੁਝ ਸਾਲਾਂ ਤੋਂ ਜਦੋਂ ਦੇ ਤੇਲ ਦੇ ਭਾਅ ਟੁੱਟੇ ਨੇ, ਉਦੋਂ ਦਾ ਹੁਣ ਇਹ ਦੇਖਿਆ ਜਾਂਦਾ ਹੈ ਵੀ ਕਿੰਨਾ ਡੈਫੀਸਿਟ ਵਿੱਚ ਬਜਟ ਜਾਂਦਾ ਹੈ। ਹਾਲਾਂਕਿ UCP ਸਰਕਾਰ ਜਦੋਂ ਆਈ ਆ ਹੋਂਦ ਵਿੱਚ, ਇਹਨਾਂ ਵੱਲੋਂ ਕੋਸ਼ਿਸ਼ ਸੀ ਕਿ ਅਸੀਂ ਬੈਲੈਂਸਡ ਬਜਟ ਜਿਹੜਾ ਬੜੀ ਛੇਤੀ ਲੈ ਕੇ ਆਵਾਂਗੇ। ਇਹ ਤੋਂ ਪਹਿਲਾਂ NDP ਸਰਕਾਰ ਸੀ, ਜਦੋਂ ਤੇਲ ਦੇ ਭਾਅ ਜਿਹੜੇ ਨੇ ਥੱਲੇ ਗਏ ਨੇ ਅਤੇ ਉਦੋਂ ਡੈਫੀਸਿਟ ਵਧਿਆ ਔਰ ਜਿਹੜਾ ਡੈਟ ਸੀ ਉਹ ਵੀ ਵਧਿਆ। ਪਰ ਜਿਉਂ ਹੀ ਜੇਸਨ ਕੈਨੀ ਹੋਰਾਂ ਨੇ ਵਾਗਡੋਰ ਸੰਭਾਲੀ ਆ, ਤੇਲ ਦੇ ਭਾਅ ਜਿਹੜੇ ਆ ਹੋਰ ਵੀ ਥੱਲੇ ਚਲੇ ਗਏ ਔਰ ਉਸ ਤੋਂ ਬਾਅਦ ਫਿਰ COVID-19 ਦੀ ਜਿਹੜੀ ਮਾਰ ਆ ਉਹ ਆਰੰਭ ਹੋ ਗਈ। ਸੋ ਉਹਦਾ ਕਰਕੇ ਜਿਹੜਾ ਬਜਟ ਆ ਜੀ, ਉਹਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨਾ, ਘਾਟੇ ਵਾਲੀਆਂ ਗੱਲਾਂ ਜ਼ਿਆਦਾ ਨੇ ਅਤੇ ਵਾਧੇ ਵਾਲੀਆਂ ਘੱਟ ਨੇ। ਪਰ ਇੱਕ ਗੱਲ ਜਿਸ ਤੋਂ ਲੋਕ ਬਹੁਤ ਡਰ ਰਹੇ ਸੀਗੇ ਕਿ ਹੋ ਸਕਦਾ ਅਲਬਰਟਾ ਸਰਕਾਰ ਜਿਹੜੀ ਆ ਹੋਰ ਜਿਹੜਾ ਕੱਟਬੈਕ ਕਰੇ ਤਾਂ ਕਿ ਬਜਟ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਨ, ਉਹ ਇਸ ਬਜਟ ਵਿੱਚ ਨਹੀਂ ਹੋਇਆ। ਬਜਟ ਕੱਲ੍ਹ ਪੇਸ਼ ਕੀਤਾ ਗਿਆ ਜੀ, ਉਹਦੇ 'ਚ ਉਹਨਾਂ ਨੇ ਪ੍ਰੋਜੈਕਟ ਕੀਤਾ ਕਿ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਬਜਟ ਆ ਉਹ ਕੋਈ $11 ਬਿਲੀਅਨ ਡੈਫੀਸਿਟ ਵਿੱਚ ਜਾਏਗਾ 2022-23 ਦੇ ਵਿੱਚ, ਅਤੇ 23-24 ਦੇ ਵਿੱਚ ਜਿਹੜਾ ਜੀ 8 ਬਿਲੀਅਨ ਹੋਰ ਡੈਫੀਸਿਟ ਵਿੱਚ ਚਲਾ ਜਾਏਗਾ। ਜਿਹੜੀਆਂ ਕੁਝ ਗੱਲਾਂ ਨੋਟ ਕਰਨ ਵਾਲੀਆਂ ਨੇ ਇਸ ਬਜਟ ਦੀਆਂ, ਉਹ ਇਹ ਆ ਕਿ ਜਿਹੜਾ ਜੀ ਅਲਬਰਟਾ ਟੈਕਸ ਪੇਅਰ ਸਪੋਰਟਡ ਕਰਜ਼ਾ ਆ ਸੂਬੇ ਸਿਰ, ਉਹ $115 ਬਿਲੀਅਨ 2021-22 'ਚ ਹੋ ਜਾਣਾ। ਪਹਿਲਾਂ ਪ੍ਰੋਜੈਕਟ ਕੀਤਾ ਜਾਂਦਾ ਸੀਗਾ 98.3 ਬਿਲੀਅਨ 2020-21 ਲਈ, ਹੁਣ ਉਹ 115 ਬਿਲੀਅਨ ਹੋ ਜਾਏਗਾ। ਅਤੇ ਜਿਹੜਾ ਨੈਟ ਪ੍ਰੋਵਿੰਸ਼ੀਅਲ ਟੈਕਸ ਪੇਅਰ ਸਪੋਰਟਡ ਕਰਜ਼ਾ ਹੈਗਾ ਜੀ, ਉਹ ਵੀ ਵੱਧ ਜਾਣਾ ਆ। 2022-23 ਦੇ ਵਿੱਚ ਉਹ 128.1 ਬਿਲੀਅਨ ਹੋ ਜਾਣਾ ਅਤੇ 132.5 ਬਿਲੀਅਨ 2023-24 ਦੇ ਵਿੱਚ। ਅਤੇ ਪ੍ਰੋਵਿੰਸ ਦਾ ਨੈਟ ਟੈਕਸ ਪੇਅਰ ਸਪੋਰਟਡ ਜਿਹੜਾ ਕਰਜ਼ਾ ਜੀ, ਉਹ 2019-20 ਦੇ ਵਿੱਚ 74.1 ਬਿਲੀਅਨ ਸੀਗਾ। ਸੋ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਹੁਣ ਕਿੰਨਾ ਇਹ ਡੈਟ ਵੱਧ ਰਿਹਾ ਹੈਗਾ। ਅਤੇ ਜਿਹੜੀ ਇਸ ਡੈਟ ਨੂੰ ਸਰਵਿਸ ਕਰਨ ਦੀ, ਜਾਣੀ ਕਿ ਇਹਦੇ 'ਤੇ ਜਿਹੜਾ ਵਿਆਜੀ ਪੈਸਾ ਦੇਣਾ ਪੈਣਾ ਉਹਨੂੰ ਡੈਟ ਨੂੰ ਸਰਵਿਸ ਕਰਨ ਲਈ, ਉਹ 2.76 ਬਿਲੀਅਨ ਆ ਜੀ 2021-22 ਦੇ ਵਿੱਚ, ਅਤੇ 3.08 ਬਿਲੀਅਨ 2023 ਦੇ ਵਿੱਚ, ਅਤੇ 3.3 ਬਿਲੀਅਨ 2023 ਅਤੇ 24 ਦੇ ਵਿੱਚ। ਔਰ ਜਿਹੜੇ ਐਕਸਪੈਂਸਿਸ ਹੈਗੇ ਆ, ਉਹ ਦੋ ਕੈਟੇਗਰੀ ਦੇ ਵਿੱਚ ਸਰਕਾਰ ਨੇ ਵੰਡੇ ਨੇ। ਇੱਕ ਆਪਰੇਟਿੰਗ ਕੋਸਟ ਆ ਅਤੇ ਦੂਸਰਾ ਹੈਗਾ ਜੀ ਅਦਰ ਐਕਸਪੈਂਸਿਸ ਸਰਕਾਰ ਵੱਲੋਂ ਕਿਹਾ ਗਿਆ। 2020-21 ਦੇ ਵਿੱਚ ਪ੍ਰੋਵਿੰਸ ਵੱਲੋਂ ਇਹ ਫੋਰਕਾਸਟ ਕੀਤਾ ਗਿਆ ਸੀਗਾ ਕਿ 55.5 ਬਿਲੀਅਨ ਜਿਹੜੇ ਜੀ ਉਹ ਟੋਟਲ ਐਕਸਪੈਂਸਿਸ ਹੋਣਗੇ, ਜਿਹਦੇ 'ਚੋਂ 47.3 ਬਿਲੀਅਨ ਆਪਰੇਟਿੰਗ ਕੋਸਟ ਦੱਸੀ ਸੀਗੀ ਔਰ 8.2 ਬਿਲੀਅਨ ਅਦਰ ਕੋਸਟ ਕਹੀਆਂ ਗਈਆਂ ਸੀਗੀਆਂ, ਅਤੇ 5.8 ਬਿਲੀਅਨ COVID-19 ਦੀ ਰਿਕਵਰੀ ਕੋਸਟ ਦੱਸੀ ਗਈ ਹੈ, ਅਤੇ 800 ਮਿਲੀਅਨ ਜਿਹੜਾ ਜੀ ਉਹ ਕੰਟੀਨਜੈਂਸੀ ਅਤੇ ਡਿਜ਼ਾਸਟਰ ਕੋਸਟ ਰੱਖੀ ਗਈ ਹੈ, ਅਤੇ 400 ਮਿਲੀਅਨ ਕਰੂਡ ਬਾਈ ਰੇਲ ਪ੍ਰੋਵੀਜ਼ਨਸ ਜਿਹੜੇ ਆ ਉਹ ਰੱਖੇ ਗਏ ਨੇ। ਸੋ ਜਿਹੜੇ ਟੋਟਲ ਐਕਸਪੈਂਸਿਸ ਹੈਗੇ ਜੀ ਆਉਣ ਵਾਲੇ 3 ਸਾਲਾਂ ਦੇ ਵਿੱਚ, ਉਹ 57.3 ਬਿਲੀਅਨ 2021-22 'ਚ ਆ, ਜਿਹਦੇ 'ਚ 1 ਬਿਲੀਅਨ ਕਰੂਡ ਬਾਈ ਰੇਲ ਪ੍ਰੋਵੀਜ਼ਨਸ ਹੈਗੇ ਨੇ, ਅਤੇ 57.1 ਬਿਲੀਅਨ 2022 ਅਤੇ 23 ਦੇ ਵਿੱਚ, ਅਤੇ 58 ਬਿਲੀਅਨ 2023 ਅਤੇ 24 ਵਿੱਚ। ਹੁਣ COVID-19 ਰਿਲੀਫ ਜਿਹੜਾ ਜੀ, ਇਹਦੇ ਲਈ ਉਹਨਾਂ ਨੇ ਐਸਟੀਮੇਟਡ ਜਿਹੜੀ ਰਿਕਵਰੀ ਕੋਸਟ ਦੱਸੀ ਆ, ਉਹ ਕਹਿੰਦੇ ਵੀ ਹੌਲੀ ਹੌਲੀ ਘਟੇਗੀ,
5.8 ਬਿਲੀਅਨ 2020-21 'ਚ ਆ, ਅਤੇ 1.1 ਬਿਲੀਅਨ ਜਿਹੜੀ ਆ ਉਹ 2021 ਅਤੇ 22 'ਚ ਹੋ ਜਾਏਗੀ, ਅਤੇ ਉਦੋਂ ਗਾਹਾਂ 1.8 ਬਿਲੀਅਨ ਜਿਹੜਾ ਜੀ ਉਹਨਾਂ ਨੇ ਕੰਟੈਂਜੈਂਸੀ ਕਾਸਟ ਰੱਖੀਆਂ ਹੋਈਆਂ ਨੇ। ਅਤੇ ਕੋਵਿਡ ਕਾਸਟ ਜਿਹੜੀਆਂ ਉਹਨਾਂ ਨੇ 600 ਮਿਲੀਅਨ ਕਿਹਾ ਕਿ 2022-23 ਦੇ ਵਿੱਚ ਖਰਚੇ ਹੋਣਗੇ, ਅਤੇ 100 ਮਿਲੀਅਨ ਪੂਰਾ 2023-24 ਵਿੱਚ, ਜਿਹਦੇ 'ਚ ਵੀ ਕੋਈ ਕੰਟੈਂਜੈਂਸੀ ਫੰਡਿੰਗ ਨਹੀਂ ਰੱਖੀ ਗਈ। ਅੱਛਾ, ਜਿਹੜੇ ਰੈਵਨਿਊ ਹੈਗਾ ਵੀ ਜਿਹੜੀ ਆਮਦਨ ਹੋਣੀ ਆ ਸੂਬੇ ਨੂੰ, ਉਹ ਕਹਿੰਦੇ ਜੀ ਕਿ 42.3 ਬਿਲੀਅਨ ਡਾਲਰ 2021 ਵਿੱਚ, ਅਤੇ 43.7 ਬਿਲੀਅਨ 2021 ਅਤੇ 22 ਵਿੱਚ, ਅਤੇ 47.4 ਬਿਲੀਅਨ 2022-23 ਦੇ ਵਿੱਚ, ਅਤੇ 50.9 ਬਿਲੀਅਨ 2023 ਅਤੇ 24 ਦੇ ਵਿੱਚ। ਇਹ ਜਿਹੜਾ ਜੀ UCP ਸਰਕਾਰ ਆ, ਉਹਨਾਂ ਕਿਹਾ ਵੀ ਅਸੀਂ ਜਿਹੜੀ ਹੈ ਨਾ ਨੈੱਟ ਡੈਟ ਟੂ GDP ਰੇਸ਼ੋ, ਉਹ 30% ਤੱਕ ਹੀ ਉਹਦੇ ਥੱਲੇ ਹੀ ਰੱਖਣੀ ਆ। ਅੱਜ ਜਿਹੜਾ ਬਜਟ ਕੱਲ੍ਹ ਪੇਸ਼ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਉਹ ਜਿਹੜੀ ਰੇਸ਼ੋ ਦੀ ਫੋਰਕਾਸਟ ਕੀਤੀ ਹੈ ਜੀ, ਉਹ 20.3% ਦੀ ਆ 2020-21 'ਚ, ਅਤੇ ਅਗਲੇ ਸਾਲ ਉਹ 24.5% ਹੋ ਜਾਣੀ ਆ, ਅਤੇ ਉਦੋਂ ਅਗਲੇ ਸਾਲ 26.6%, ਅਤੇ ਇਹ ਹਾਲ ਦੱਸਿਆ ਗਿਆ ਜੀ। ਪਰ ਜਿਹੜੀ ਇਹ 2019 ਅਤੇ 2020 ਵਿੱਚ ਸੀਗੀ, ਉਹ ਸੀਗੀ 11.4%। ਸੋ ਇਹਦੇ ਬਾਰੇ ਪ੍ਰੋਵਿੰਸ ਨੇ ਕੋਈ ਹੋਰ ਜਿਹੜੀਆਂ ਜੀ ਬਜਟ ਪ੍ਰੋਜੈਕਸ਼ਨਸ ਨਹੀਂ ਕੀਤੀਆਂ ਜਿਹਦੇ ਵਿੱਚ ਕੋਈ ਪ੍ਰੋਵਿੰਸ਼ੀਅਲ ਸੇਲਜ਼ ਟੈਕਸ ਲਾਇਆ ਜਾਵੇ, ਕਿਉਂਕਿ ਬਹੁਤ ਸਾਰੇ ਮਾਹਰਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਸਰਕਾਰ ਨੂੰ ਭਈ ਤੁਸੀਂ ਸੇਲਜ਼ ਟੈਕਸ ਜਿਹੜਾ ਜੀ ਉਹ ਲਾਓ, ਤਾਂ ਕਿ ਸਰਕਾਰ ਨੂੰ ਰੈਵਨਿਊਜ਼ ਆਉਣ ਅਤੇ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾ ਸਕਣ ਲੋਕਾਂ ਨੂੰ। ਪਰ ਤੁਹਾਨੂੰ ਪਤਾ ਕਿ ਜਿਹੜਾ ਸੇਲਜ਼ ਟੈਕਸ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਟੈਕਸ ਆ, ਸਰਕਾਰ ਉਹ ਲਾਉਣ ਤੋਂ ਡਰਦੀ ਆ। ਉਹਨਾਂ ਨੂੰ ਪਤਾ ਵੀ ਜੇ ਅਸੀਂ ਟੈਕਸ ਲਾਇਆ ਤਾਂ ਸਾਨੂੰ ਅਗਾਂਹ ਨੂੰ ਜਿਹੜੀਆਂ ਵੋਟਾਂ ਆ ਉਹ ਨਹੀਂ ਮਿਲਣੀਆਂ। ਔਰ ਖ਼ਾਸ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਜੀ ਇਕੋਨਮੀ ਦਾ ਸੂਬੇ ਦੇ ਵਿੱਚ, ਇਹਨੂੰ ਦੇਖਦਿਆਂ ਹੋਇਆਂ ਸੇਲਜ਼ ਟੈਕਸ ਜਿਹੜਾ ਉਹ ਕਹਿੰਦੇ ਵੀ ਨਹੀਂ ਲਾਇਆ ਜਾਵੇਗਾ। ਜਿਹੜੇ ਆਇਲ ਅਤੇ ਹੋਰ ਰਿਸੋਰਸਿਸ ਤੋਂ ਮਾਇਆ ਆਉਂਦੀ ਆ, ਉਹਦੇ ਵਿੱਚ ਥੋੜ੍ਹਾ ਵਾਧੇ ਦੀ ਪ੍ਰੋਜੈਕਸ਼ਨ ਕੀਤੀ ਗਈ ਆ ਸੂਬੇ ਵੱਲੋਂ, ਕਿਉਂਕਿ ਪਿਛਲੇ ਥੋੜ੍ਹੇ ਸਮੇਂ ਤੋਂ ਜਿਹੜੇ ਤੇਲ ਦੇ ਭਾਅ ਨੇ ਉਹ ਥੋੜ੍ਹੇ ਜਿਹੇ ਚੰਗੇ ਹੋਏ ਨੇ। ਜਿਹੜਾ ਵੈਸਟ ਟੈਕਸਸ ਇੰਟਰਮੀਡੀਏਟ ਹੈਗਾ ਜੀ, ਉਹ $46 ਦਾ ਬੈਰਲ 2021-22 'ਚ ਦੱਸਿਆ ਗਿਆ, ਅਤੇ ਹੋ ਸਕਦਾ 22-23 ਦੇ ਵਿੱਚ ਉਹ $55 ਦਾ ਹੋ ਜਾਵੇ, ਅਤੇ 23-24 ਦੇ ਵਿੱਚ $56 ਦਾ। ਇਸੇ ਤਰ੍ਹਾਂ ਹੀ ਵੈਸਟਰਨ ਕਨੇਡੀਅਨ ਸਿਲੈਕਟ ਜਿਹੜਾ ਤੇਲ ਆ, ਉਹ ਵੀ ਅੰਦਾਜ਼ਾ ਲਾਇਆ ਗਿਆ ਵੀ $40 ਅਤੇ 70 ਸੈਂਟ 2021-22 'ਚ, ਅਤੇ ਅਗਲੇ ਸਾਲ ਉਹ 51.6% 51.6 ਡਾਲਰ, ਜਾਂ ਕਹਿ ਲਓ $51 ਅਤੇ 60 ਸੈਂਟ। ਅਗਲੇ ਸਾਲ ਵੱਧ ਕੇ ਜੀ ਉਹ $51 ਅਤੇ 60 ਸੈਂਟ ਹੋ ਜਾਏਗਾ, ਅਤੇ ਉਦੋਂ ਅਗਲੇ ਸਾਲ $52 ਅਤੇ 70 ਪੈਸੇ ਹੋਣ ਦੀ ਆਸ ਕੀਤੀ ਜਾਂਦੀ ਹੈ। ਯਾਨੀ ਕਿ ਕੱਲ੍ਹ ਵੀਰਵਾਰ ਵਾਲੇ ਦਿਨ ਜਿਹੜਾ WTI ਆਇਲ ਹੈਗਾ ਉਹ $63 ਦਾ ਬੈਰਲ ਸੀਗਾ, ਅਤੇ WCS ਦਾ ਭਾਅ ਜਿਹੜਾ ਸੀ ਜੀ ਉਹ $52 ਪਰ ਬੈਰਲ ਸੀਗਾ। ਸੋ ਜਿਹੜੀ ਨੈਚੁਰਲ ਗੈਸ ਹੈ ਉਹਦਾ ਵੀ ਉਹ ਕਹਿੰਦੇ ਜੀ ਜਿਹੜੇ ਭਾਅ ਹੈਗੇ ਆ ਉੱਥੇ ਹੀ ਸਥਿਰ ਰਹਿਣਗੇ। ਥੋੜ੍ਹੀ ਬਹੁਤ ਉਹਨਾਂ ਦੇ ਵਿੱਚ ਘਾਟ ਵਾਧ ਹੋਣੀ ਹੈ, ਪਰ ਇੰਨੀ ਜ਼ਿਆਦਾ ਨਹੀਂ। ਜਿਹੜੀ ਸ਼ਾਰਟ ਟਰਮ ਆਊਟਲੁੱਕ ਸੂਬੇ ਦੀ ਦੱਸੀ ਜਾ ਰਹੀ ਆ, ਉਹ ਕਹਿੰਦੇ ਜੀ ਵੀ ਪਹਿਲਾਂ ਨਾਲੋਂ ਚੰਗੀ ਆ, ਕਿਉਂਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧੀਆਂ ਨੇ। ਦੂਸਰੇ ਪਾਸੇ ਜਿਹੜਾ ਬਿਚੂਮਨ ਹੈਗਾ ਜੀ, ਉਹਦੀ ਰਾਇਲਟੀ ਰੈਵਨਿਊਜ਼ ਜਿਹੜੇ ਹੈਗੇ ਉਹ ਵੀ ਥੋੜ੍ਹੇ ਜਿਹੇ ਵਧਣਗੇ ਕਿਹਾ ਜਾ ਰਿਹਾ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ। ਔਰ ਜਿਹੜੇ ਹੈਗੀਆਂ ਜੀ ਇਕੋਨਮੀ ਅਤੇ ਜੋਬਸ, ਉਹਦੇ ਲਈ ਅਲਬਰਟਾ ਦਾ ਅਨਪਲੋਇਮੈਂਟ ਰੇਟ ਜਿਹੜਾ ਜੀ ਉਹ ਕਹਿੰਦੇ ਉਹਦੇ 'ਚ ਕੋਈ ਖਾਸ ਇੰਪਰੂਵਮੈਂਟ ਨਹੀਂ ਹੋਣੀ। ਮਤਲਬ ਜਿਹੜੇ ਪ੍ਰੀ ਪੈਂਡੈਮਿਕ ਤੋਂ ਪਹਿਲਾਂ ਜਿਹੜੇ ਸੀਗੇ ਰੇਟ, ਉੱਥੇ ਤੱਕ ਜਾਣਾ ਹਜੇ ਮੁਸ਼ਕਿਲ ਲੱਗਦਾ ਆ। 2019 'ਚ 6.6% ਸੀਗੀ, ਉੱਥੇ 6.3%। ਹੁਣ ਜਿਹੜਾ ਜੀ ਇਸ ਵੇਲੇ ਹੈਗਾ ਉਹ ਦੱਸਿਆ ਜਾ ਰਿਹਾ ਹੈ 11.4% ਹੈਗੀ 2020 'ਚ, ਅਤੇ 2021 ਦੇ ਵਿੱਚ 9.9%, ਅਤੇ
22 ਦੇ ਵਿੱਚ 8.4% ਹੋ ਜਾਏਗੀ ਅਤੇ 7.3% 2023 ਦੇ ਵਿੱਚ। ਸੋ ਇਹ ਅੰਦਾਜ਼ੇ ਹੈਗੇ ਜੀ ਅਨਐਮਪਲੋਇਮੈਂਟ ਲਈ। ਔਰ ਖ਼ਾਸ ਕਰਕੇ ਜਿਹੜੇ ਅਲਬਰਟਾ ਦੇ ਵਿੱਚ ਨੌਜਵਾਨ ਨੇ 15 ਸਾਲ ਤੋਂ 24 ਸਾਲ ਦਾ ਏਜ ਗਰੁੱਪ ਜਿਹੜਾ ਉਹਨਾਂ ਦੇ ਵਿੱਚ ਅਨਐਮਪਲੋਇਮੈਂਟ ਬਹੁਤ ਹੈ। ਬਜਟ ਦੇ ਵਿੱਚ $136 ਮਿਲੀਅਨ ਅਲਬਰਟਾ ਜੋਬਸ ਨਾਓ ਲਈ ਜਿਹੜਾ ਪ੍ਰੋਗਰਾਮ ਹੈ ਉਹਦੇ ਲਈ ਰੱਖੇ ਗਏ ਨੇ। ਅਤੇ ਐਜੂਕੇਸ਼ਨ ਦੇ ਵਿੱਚ ਜਿਹੜੀ ਫੰਡਿੰਗ ਆ ਉਹ K-12 ਐਜੂਕੇਸ਼ਨ ਲਈ ਬਜਟ ਜਿਹੜਾ ਉਹ $8.3 ਬਿਲੀਅਨ 2020-21 'ਚ ਆ, ਔਰ ਉਹ ਗਾਂਹ ਘੱਟ ਕੇ 8.24 ਬਿਲੀਅਨ ਹੋ ਜਾਣਾ 2021-22 'ਚ, ਅਤੇ 2022-23 ਦੇ ਵਿੱਚ ਓਨਾ ਹੀ ਰਹੇਗਾ, ਅਤੇ 23-24 ਦੇ ਵਿੱਚ ਵੀ ਫਲੈਟ ਹੀ ਰਹੇਗਾ ਜੀ 8.24 ਬਿਲੀਅਨ ਜਿਹੜਾ ਹੈਗਾ। ਪ੍ਰੋਵਿੰਸ ਵੱਲੋਂ ਐਜੂਕੇਸ਼ਨ ਸਪੈਂਡਿੰਗ ਜਿਹੜੀ ਹੈ ਜੀ ਉਹ 2020-21 ਦੇ ਵਿੱਚ $8.1 ਬਿਲੀਅਨ ਦੇ ਗੇੜ ਵਿੱਚ ਰੱਖੀ ਗਈ ਆ। ਇਸ ਬਜਟ ਦੇ ਵਿੱਚ ਉਹਨਾਂ ਨੇ ਕੈਪੀਟਲ ਫੰਡਿੰਗ 14 ਸਕੂਲਾਂ ਲਈ ਰੱਖੀ ਹੈ ਜੀ, ਜਿਹੜੇ ਸਕੂਲ ਪ੍ਰੋਜੈਕਟ ਹੈਗੇ ਆ ਆਉਣ ਵਾਲੇ 3 ਸਾਲਾਂ ਲਈ, ਜਿਹਦੇ ਵਿੱਚ ਨਵੇਂ ਸਕੂਲ ਅਤੇ ਕੁਝ ਪੁਰਾਣੇ ਸਕੂਲਾਂ ਦੀ ਮਾਡਰਨਾਈਜੇਸ਼ਨ ਹੋਏਗੀ। ਔਰ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਜਿਹੜੇ ਹੈਗੇ ਜਿਵੇਂ ਕਾਲਜ ਜਾਂ ਯੂਨੀਵਰਸਿਟੀਜ਼ ਹੈਗੇ ਆ ਜੀ, ਉਹਨਾਂ ਦੇ ਵੀ ਉਹਨਾਂ ਨੇ ਕੱਟ ਕੀਤੇ ਨੇ। 2019 ਦੇ ਵਿੱਚ ਉਹਦੇ ਲੈਵਲ ਸੀ ਜੀ 5.47 ਬਿਲੀਅਨ, ਸੋ ਉੱਥੇ ਉਹਨਾਂ ਨੇ ਲੈ ਆਂਦਾ 5.04 ਬਿਲੀਅਨ 5.04 2021-22 ਅਤੇ ਉਦੋਂ ਅਗਲੇ ਸਾਲ ਜੀ ਥੋੜ੍ਹਾ ਜਿਹਾ ਵਧੇਗਾ, ਔਰ ਇਸੇ ਤਰ੍ਹਾਂ ਹੀ 2023-24 ਦੇ ਵਿੱਚ 5.1 ਬਿਲੀਅਨ ਤੱਕ ਪਹੁੰਚ ਜਾਏਗਾ। ਇਹਦੇ 'ਚ ਦੱਸਿਆ ਗਿਆ ਵੀ 750 ਜੋਬਸ ਜਿਹੜੀਆਂ ਉਹ ਗਈਆਂ ਨੇ, ਖਤਮ ਹੋਈਆਂ ਨੇ, ਪਰ ਉਹ ਉਹਨਾਂ ਨੇ ਇੰਸਟੀਟਿਊਸ਼ਨ ਬਾਈ ਇੰਸਟੀਟਿਊਸ਼ਨ ਨਹੀਂ ਦੱਸੀਆਂ ਵੀ ਕਿੱਥੇ ਹੋਈਆਂ ਨੇ। ਔਰ ਦੂਸਰਾ ਜੀ ਇੱਕ ਜਿਹੜੀ ਖਾਸ ਗੱਲ ਆਉਂਦੀ ਆ ਉਹ ਹੈ ਕਿ AGLC ਦੇ ਰੈਵਨਿਊ ਜਿਹੜੇ ਹੈਗੇ ਆ ਉਹ ਵੀ ਡਰੋਪ ਕੀਤੇ ਜੀ, ਘਟੇ ਨੇ। COVID-19 ਕਰਕੇ ਲੋਕਾਂ ਦਾ ਕਸੀਨੋ ਵਗੈਰਾ ਦੇ ਵਿੱਚ ਜਾਣਾ ਘੱਟ ਗਿਆ, ਅਤੇ ਉਹ ਵੀ ਪੈਸੇ ਜਿਹੜੇ ਆ ਸਰਕਾਰ ਨੂੰ ਜਿਹੜੇ ਆਉਂਦੇ ਸੀ ਉਹ ਵੀ ਰੈਵਨਿਊ 38% ਜਿਹੜਾ ਜੀ ਘਟਿਆ ਉਹ ਉਹਨਾਂ ਦਾ। ਔਰ ਸ਼ਰਾਬ ਦਾ ਰੈਵਨਿਊ ਜਿਹੜਾ ਆ ਉਹ ਵਧਿਆ। ਉਹ ਜਿਵੇਂ ਅਕਸਰ ਇੱਕ ਗੱਲ ਨਹੀਂ ਆਉਂਦੀ ਹੁੰਦੀ ਜੀ ਵੀ ਜਿਹੜੀਆਂ ਸਰਕਾਰਾਂ ਆ ਉਹ ਸ਼ਰਾਬੀਆਂ ਦੇ ਪੈਸਿਆਂ ਨਾਲ ਹੀ ਚੱਲਦੀਆਂ, ਕਿਉਂਕਿ ਜਦੋਂ ਟੈਕਸ ਵਧਾਉਣਾ ਵੀ ਹੁੰਦਾ ਅਤੇ ਉਹਨਾਂ 'ਤੇ ਲੱਗਦਾ, ਅਤੇ ਹੁਣ ਜਦੋਂ ਉਹ ਇਸ ਮਾਹੌਲ ਦੇ ਵਿੱਚ ਲੋਕ ਖਰੀਦਦੇ ਨੇ ਅਤੇ ਉਹ ਵੀ ਟੈਕਸ ਜਿਹੜਾ ਉਹ ਸਰਕਾਰ ਨੂੰ ਹੀ ਜਾਂਦਾ। ਸੋ ਇਹ ਹੈਗਾ ਜੀ ਕੁਝ ਹਾਈਲਾਈਟਸ ਜਿਹੜੀਆਂ ਅਲਬਰਟਾ ਸਰਕਾਰ ਦੇ ਅੱਜ ਦੇ ਬਜਟ ਵਿੱਚ ਨੇ। ਮਤਲਬ ਜੇ ਖਾਸ ਤੌਰ 'ਤੇ ਦੇਖਿਆ ਜਾਵੇ, ਜੇ ਨੰਬਰਾਂ ਨੂੰ ਛੱਡ ਕੇ, ਉਹ ਇਹ ਆ ਵੀ ਕੋਈ ਟੈਕਸ ਤੁਹਾਡਾ ਨਹੀਂ ਵਧਣਾ। ਇਹ ਸਰਕਾਰ ਨੇ ਕਿਹਾ ਵੀ ਜਿਹੜਾ ਸੇਲਜ਼ ਟੈਕਸ ਸੀ ਉਹ ਵੀ ਨਹੀਂ ਲੱਗਣਾ। ਐਜੂਕੇਸ਼ਨ ਦੇ ਵਿੱਚ ਜਿਹੜੇ ਆ ਉਹਨਾਂ ਨੇ ਪੈਸੇ ਘਟਾਏ ਹੀ ਆ, ਵਧਾਏ ਬਿਲਕੁਲ ਨਹੀਂ ਹੈ। ਸੋ ਇਹਦੇ 'ਤੇ ਲੋਕਾਂ ਨੂੰ ਚਿੰਤਤ ਹੋਣਾ ਪਏਗਾ, ਕਿਉਂਕਿ ਜਿਹੜੀਆਂ ਫੀਸਾਂ ਨੇ ਉਹ ਯੂਨੀਵਰਸਿਟੀ ਨੂੰ ਕਹਿੰਦੇ ਵੀ ਤੁਸੀਂ ਉਹਨਾਂ ਦਾ ਕੰਟਰੀਬਿਊਸ਼ਨ ਥੋੜ੍ਹੀ ਜਿਹੀ ਹੋਰ ਵਧਾਓ। ਅੱਗੇ 47% ਆ, ਉਹਨੂੰ 52% ਤੱਕ ਕਰਨ ਨੂੰ ਉਹ ਕਹਿੰਦੇ ਵੀ ਉਹ ਸਕੂਲ ਯੂਨੀਵਰਸਿਟੀਆਂ ਉੱਥੋਂ ਪੂਰਾ ਕਰਨ। ਸੋ ਇਹ ਹੈ ਜੀ ਜਿਹੜਾ ਕੱਲ੍ਹ ਬਜਟ ਸਰਕਾਰ ਵੱਲੋਂ ਪੇਸ਼ ਕੀਤਾ ਗਿਆ। ਪਰ ਜਿਸ ਗੱਲ ਤੋਂ ਲੋਕ ਡਰਦੇ ਸੀਗੇ ਕਿ ਬਹੁਤ ਸਾਰੇ ਹੋ ਸਕਦਾ ਵੱਡੇ ਕੱਟਸ ਸਰਕਾਰ ਲਾਵੇ ਤਾਂ ਕਿ ਬੈਲੈਂਸ ਬਜਟ ਕੀਤਾ ਜਾਏ, ਉਹ ਨਹੀਂ ਹੋਇਆ। ਕੁਲਮੀਤ ਸਿੰਘ ਸੰਘਾ, ਚੈਨਲ ਪੰਜਾਬੀ ਲਈ, ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।